ਅੱਜ ਦੀ ਵੀਡੀਓ ਵਿੱਚ ਜੀ ਆਪਾਂ ਟੈਨੀਸਨ ਦੀ ਪੋਇਮ ਲੋਟਸ ਈਟਰਸ ਜਿਹੜੀ ਉਹਦੇ ਬਾਰੇ ਡਿਸਕਸ ਕਰਾਂਗੇ। ਇਹ ਪੋਇਮ ਟੈਨੀਸਨ ਦੁਆਰਾ ਲਿਖੀ ਗਈ ਹੈਗੀ। ਤੇ ਪਹਿਲਾਂ ਆਪਾਂ ਪੋਇਟ ਬਾਰੇ ਜਾਣਦੇ ਆਂਗੇ। ਟੈਨੀਸਨ ਬਾਰੇ, ਟੈਨੀਸਨ ਨੂੰ ਜੀ ਪੋਇਟ ਆਫ ਨੇਚਰ ਕਿਹਾ ਜਾਂਦਾ। ਜਿਹੜਾ ਇਹਨਾਂ ਦਾ ਫੁੱਲ ਨੇਮ ਸੀ ਅਲਫਰਡ ਲਾਰਡ ਟੈਨੀਸਨ ਸੀ। ਇਹਨਾਂ ਦਾ ਬਰਥ ਹੋਇਆ ਸੀ 1809 'ਚ ਤੇ ਡੈਥ ਹੋਈ ਸੀ 1892 ਦੇ ਵਿੱਚ। ਇਹ ਵਿਕਟੋਰੀਅਨ ਏਜ ਦੇ ਪੋਇਟ ਸੀਗੇ। ਤੇ ਜਿਹੜੀ ਇਹਨਾਂ ਦੀ ਪੋਇਮ ਸੀ ਇੱਕ ਟਿੰਬਕਟੂ, ਉਹ ਬਹੁਤ ਫੇਮਸ ਪੋਇਮ ਸੀਗੀ। ਉਹਨਾਂ ਨੂੰ ਉਸ ਪੋਇਮ ਨੂੰ 1829 ਦੇ ਵਿੱਚ ਗੋਲਡ ਮੈਡਲ ਜਿਹੜਾ ਅਵਾਰਡ ਸੀਗਾ ਉਹ ਮਿਲਿਆ ਸੀਗਾ ਉਸ ਪੋਇਮ ਦੇ ਲਈ। ਤੇ ਜਿਹੜੀਆਂ ਇਹਨਾਂ ਦੀਆਂ ਪੋਇਮਸ ਨੇਗੀਆਂ ਉਹ ਹਾਇਰ ਐਜੂਕੇਸ਼ਨ ਤੇ ਵੂਮੈਨ ਦੀ ਪ੍ਰੋਗਰੈਸ ਤੇ ਬੇਸ ਹੁੰਦੀਆਂ ਨੇਗੀਆਂ। ਤੇ ਇੱਕ ਨਾ ਇਹਨਾਂ ਦੇ ਜਿਹੜਾ 1850 ਈਅਰ ਸੀ ਉਹ ਬਹੁਤ ਲੱਕੀ ਈਅਰ ਸੀ। ਇੱਕ ਤਾਂ ਉਸ ਟਾਈਮ ਇਹਨਾਂ ਨੂੰ ਪੋਇਟ ਲੋਰੇਟ ਦਾ ਜਿਹੜਾ ਖਿਤਾਬ ਮਿਲਿਆ ਸੀਗਾ। 1850 ਤੋਂ ਲੈ ਕੇ ਟਿਲ ਇਹਨਾਂ ਦੀ ਡੈਥ ਤੱਕ ਇਹ ਪੋਇਟ ਲੋਰੇਟ ਰਹੇ। ਤੇ ਉਸੇ ਈਅਰ ਇਹਨਾਂ ਦੀ ਮੈਰਿਜ ਹੋਈ ਸੀ। ਤੇ ਉਸੇ ਈਅਰ ਇਹਨਾਂ ਦੀ ਮੋਸਟ ਜਿਹੜੀ ਇੰਪੋਰਟੈਂਟ ਇਨ ਮੈਮੋਰੀਅਮ ਪੋਇਮ ਆ ਜਿਹੜੀ ਇਹਨਾਂ ਨੇ ਆਪਣੇ ਫਰੈਂਡ ਲਈ ਡੈਡੀਕੇਟ ਕਰਕੇ ਲਿਖੀ ਸੀ ਉਹਨਾਂ ਦੀ ਡੈਥ ਦੇ ਵਿੱਚ, ਅਰਥਰ ਹੈਨਰੀ ਹੈਲਨ ਦੇ ਵਿੱਚ ਉਹ ਪਬਲਿਸ਼ ਹੋਈ ਸੀ। ਹੁਣ ਜੇ ਆਪਾਂ ਪੋਇਮ ਲੋਟਸ ਈਟਰਸ ਦੀ ਸਮਰੀ ਜਿਹੜੀ ਹੈ ਡਿਸਕਸ ਕਰਦੇ ਹਾਂ। The present poem, The Lotus Eater, is a beautiful poem composed by Alfred Tennyson. ਇਹ ਉਹਨਾਂ ਦੁਆਰਾ ਕੰਪੋਜ਼ ਕੀਤੀ ਗਈ ਪੋਇਮ ਆ। It is first published in 1832. 1832 ਦੇ ਵਿੱਚ ਇਹ ਪਬਲਿਸ਼ ਕਰੀ ਗਈ ਹੈ ਜੀ। It is based upon a famous story in the Odyssey by Homer. ਇਹ ਇੱਕ ਓਡੀਸੀ ਕੋਈ ਕਿੰਗ ਸੀਗਾ ਉਹਦੀ ਸਟੋਰੀ 'ਤੇ ਬੇਸ ਆ, ਹੋਮਰ ਦੁਆਰਾ ਜਿਹੜੀ ਲਿਖੀ ਗਈ ਹੈਗੀ। ਓਡੀਸੀ ਵਾਜ਼ ਅ ਗ੍ਰੇਟ ਗ੍ਰੀਕ ਵੈਰੀਅਰ। ਗ੍ਰੀਕ ਦਾ ਜਿਹੜਾ ਇਹ ਯੋਧਾ ਸੀ, ਮਹਾਨ ਯੋਧਾ ਸੀ ਓਡੀਸੀ। ਹੀ ਹੈਜ਼ ਫਾਊਟ ਦ ਗ੍ਰੇਟ ਵਾਰ ਆਫ ਟਰਾਏ। ਉਹਨੇ ਟਰਾਏ ਦੀ ਜਿਹੜੀ ਮਹਾਨ ਜੰਗ ਸੀ ਉਹ ਲੜੀ ਸੀਗੀ। ਹੀ ਵਾਜ਼ ਦ ਕਿੰਗ ਆਫ ਇਥਾਕਾ। ਇਥਾਕਾ ਦਾ ਰਾਜਾ ਸੀਗਾ ਜੀ ਇਹ। ਡਿਊਰਿੰਗ ਦ ਵੋਇਜ ਹੀ ਮੈਟ ਵਿਦ ਮੈਨੀ ਸਟ੍ਰੇਂਜ ਇਨਸੀਡੈਂਟਸ। ਉਹ ਕੀ ਆ ਜੀ, ਇੱਕ ਵੋਇਜ ਹੁੰਦੀ ਹੈ, ਸਮੁੰਦਰੀ ਯਾਤਰਾ ਸ਼ੁਰੂ ਕਰਦੇ ਨੇਗੇ ਜਿਹਦੇ ਨਾਲ ਉਹਨੂੰ, ਜਿਸ ਵਿੱਚ ਉਹਨੂੰ ਕਈ ਅਜਨਬੀ ਤਰੀਕੇ ਜਿਹੜੇ ਉਹਦੇ ਨਾਲ ਐਕਸੀਡੈਂਟ ਹੁੰਦੇ ਰਹਿੰਦੇ ਨੇਗੇ। Among one of them was his shelter on an island of Lotus Eater. ਉਹਦੇ ਵਿੱਚੋਂ ਇੱਕ ਇੰਸੀਡੈਂਟ ਕਿਹੜਾ ਸੀਗਾ ਜੀ, ਜਦੋਂ ਉਹ ਇੱਕ ਆਈਲੈਂਡ 'ਤੇ ਜਾਂਦੇ ਹੁੰਦੇ ਨੇ। ਲੋਟਸ ਈਟਰਸ ਨਾਮ ਦਾ ਉਹ ਆਈਲੈਂਡ ਹੁੰਦਾ ਹੈਗਾ, ਉੱਥੇ ਉਹ ਜਾ ਕੇ ਰਹਿੰਦੇ ਹੁੰਦੇ ਨੇ ਕਿ ਉੱਥੇ ਉਹਨਾਂ ਨਾਲ ਕੋਈ ਇੰਸੀਡੈਂਟ ਹੁੰਦਾ। ਦ ਅਦਰ ਨੇਮ ਆਫ ਓਡੀਸੀ ਵਾਜ਼ ਯੂਲਿਸਸ। ਓਡੀਸੀ ਜਿਹੜਾ ਵੈਰੀਅਰ ਸੀਗਾ ਉਹਦਾ ਅਦਰ ਨਾਮ ਸੀ ਯੂਲਿਸਸ। ਯੂਲਿਸਸ ਐਂਡ ਹਿਜ਼ ਸੇਲਰਸ ਕੇਮ ਟੂ ਦ ਸਟ੍ਰੇਂਜ ਲੈਂਡ ਆਫ ਲੋਟਸ ਈਟਰਸ। ਯੂਲਿਸਸ ਅਤੇ ਸੇਲਰਸ ਹੁੰਦੇ ਨੇ ਵੀ ਜਿਹੜੇ ਆਪਣੀ ਸਮੁੰਦਰੀ ਯਾਤਰਾ 'ਚ ਆਪਣੀ ਬੋਟ ਦੇ ਵਿੱਚ ਆਪਣੇ ਨਾਲ ਹੁਣ ਉਹਨਾਂ ਨੂੰ ਸੇਲਰਸ ਕਹਿੰਦੇ ਨੇ। ਉਹ ਉਸ ਆਈਲੈਂਡ ਦੇ ਉੱਪਰ ਆਉਂਦੇ ਨੇਗੇ। ਇਟ ਵਾਜ਼ ਐਨ ਆਈਲੈਂਡ ਵੇਅਰ ਸੈਡ ਮਿਲਡ ਆਈਸ ਲੋਟਸ ਈਟਰਸ ਲਿਵ। ਇਹ ਇੱਕ ਉਹ ਆਈਲੈਂਡ ਸੀ ਜਿੱਥੇ ਉਦਾਸ ਅਤੇ ਬੁਝੀਆਂ ਹੋਈਆਂ ਅੱਖਾਂ ਵਾਲੇ ਜਿਹੜੇ ਲੋਟਸ ਈਟਰਸ ਸੀਗੇ ਰਹਿੰਦੇ ਸੀ। ਦ ਲੋਟਸ ਈਟਰਸ ਗੈਦਰਡ ਰਾਊਂਡ ਦ ਸ਼ਿਪ ਆਫ ਯੂਲਿਸਸ। ਜਿਹੜੇ ਲੋਟਸ ਜਿਹੜਾ ਫਲਾਵਰ ਉਹਨੂੰ ਖਾਣ ਵਾਲੇ ਜਿਹੜੀ ਉਹਨਾਂ ਦੀ ਸ਼ਿਪ ਆ ਉਹਨਾਂ ਦੇ ਆਲੇ ਦੁਆਲੇ ਇਕੱਠੇ ਹੋ ਜਾਂਦੇ ਨੇ ਜਿਹ 'ਚ ਇਹ ਜਾਂਦੇ ਨੇ। ਦੇ ਕੈਰੀਡ ਇਨ ਦੇਅਰ ਹੈਂਡਸ ਬ੍ਰਾਂਚਿਸ ਫੁੱਲਸ ਆਫ ਫਰੂਟਸ ਐਂਡ ਫਲਾਵਰਸ ਆਫ ਮੈਜਿਕ ਲੋਟਸ। ਉਹਨਾਂ ਦੇ ਹੱਥਾਂ ਵਿੱਚ ਕੀ ਹੁੰਦਾ ਹੈਗਾ, ਫੁੱਲਾਂ ਦੇ ਗੁੱਛੇ ਹੁੰਦੇ ਨੇਗੇ, ਲੋਟਸ ਫਲਾਵਰ ਦੇ, ਜਾਂ ਫਿਰ ਫਰੂਟਸ ਹੁੰਦੇ ਨੇਗੇ। The sailors landed from their ships and sat on yellow sand of the coast. ਉਹ ਆਪਣੀ ਬੋਟ ਦੇ ਵਿੱਚੋਂ ਉਤਰ ਜਾਂਦੇ ਨੇ ਅਤੇ ਜਿਹੜੀ ਉੱਥੇ ਕੋਸਟ ਮਤਲਬ ਕਿਨਾਰਾ ਹੁੰਦਾ ਹੈਗਾ ਤੱਟ ਦਾ, ਉਹਦੇ ਜਿਹੜੀ ਯੈਲੋ ਪੀਲੀ ਸੈਂਡ ਹੁੰਦੀ ਆ ਉਸ 'ਤੇ ਬੈਠ ਜਾਂਦੇ ਨੇ। ਦ ਸਵੀਟ ਮੁਰਮੁਰ ਆਫ ਦ ਸਟ੍ਰੀਮ ਸਾਊਂਡਡ ਲਾਈਕ ਮਿਊਜ਼ਿਕ। ਮੁਰਮੁਰ ਹੁੰਦਾ ਜਿਹੜਾ ਜੀ ਮਿਊਜ਼ਿਕ ਜਾਂ ਨਹੀਂ ਸੁਣਦਾ ਹੁੰਦਾ ਆਪਾਂ ਨੂੰ, ਜਿਹੜੀ ਉਸ ਨਦੀ ਦਾ ਮਿਊਜ਼ਿਕ ਆ ਉਹਨਾਂ ਨੂੰ ਬਹੁਤ ਸਵੀਟ ਸਾਊਂਡ ਹੁੰਦੀ ਆ ਉਹ ਸੁਣਦਾ ਹੈਗਾ। ਇਟ ਗੇਮ ਦੈਮ ਡਿਲਾਈਟ ਟੂ ਥਿੰਕ ਆਫ ਦੇਅਰ ਹੋਮਸ ਵਾਈਫਸ ਐਂਡ ਚਿਲਡਰਨ। ਇਹ ਉਹਨਾਂ ਨੂੰ ਨਾ ਉਹਨਾਂ ਦੇ ਪਰਿਵਾਰ, ਆਪਣੀਆਂ ਪਤਨੀਆਂ ਜਾਂ ਆਪਣੇ ਬੱਚਿਆਂ ਬਾਰੇ ਸੋਚਣ ਦੀ ਖੁਸ਼ੀ ਦਿੰਦਾ ਹੈਗਾ। ਦ ਸੇਲਰਸ ਸੈਂਗ ਆਫ ਦ ਸਵੀਟ ਮਿਊਜ਼ਿਕ। ਉਹ ਇੱਕ ਸਵੀਟ ਜਾਂ ਮਿਊਜ਼ਿਕ ਨੂੰ ਗਾਉਂਦੇ ਨੇਗੇ। ਦ ਲੌਂਗ ਲੀਵਡ ਵਾਟਰ ਫਲਾਵਰਸ ਐਂਡ ਪੋਪੀਜ਼ ਹੈਂਗਿੰਗ ਫਰੋਮ ਰੌਕਸ ਸੀਮ ਟੂ ਪ੍ਰੋਡਿਊਸ ਆ ਸਲੀਪੀ ਐਟਮੋਸਫੇਅਰ। ਜਿਹੜਾ ਉਸਦਾ ਆਲੇ ਦੁਆਲੇ ਦਾ ਇਨਵਾਇਰਮੈਂਟ ਹੁੰਦਾ ਹੈਗਾ, ਲੰਬੇ ਲੰਬੇ ਪੱਤੇ, ਪਾਣੀ ਵਹਿ ਰਿਹਾ ਹੁੰਦਾ, ਫੁੱਲ ਹੁੰਦੇ ਨੇਗੇ ਅਤੇ ਪੋਪੀਜ਼ ਹੁੰਦੇ ਨੇ ਜੀ ਅਫੀਮ ਦੇ ਡੋਡੇ, ਉਹ ਲਮਕ ਰਹੇ ਹੁੰਦੇ ਨੇ। ਉਹ ਸਾਰਾ ਉੱਥੇ ਇੱਕ ਸਲੀਪੀ ਐਟਮੋਸਫੇਅਰ ਮਤਲਬ ਨੀਂਦ ਆਉਣ ਲੱਗ ਜਾਂਦੀ ਉਹਨਾਂ ਨੂੰ। ਆਲ ਲੇਬਰ ਇਜ਼ ਮੀਨਿੰਗਲੈਸ। ਕੋਈ ਦੁੱਖ ਦਰਦ ਉੱਥੇ ਸਭ ਮੀਨਿੰਗਲੈਸ ਹੁੰਦਾ, ਕੋਈ ਅਰਥ ਨਹੀਂ ਹੁੰਦਾ ਉਹਨਾਂ ਦਾ। ਐਂਡ ਨੋ ਹੈਪੀਨੈਸ ਐਟ ਆਲ। ਅਤੇ ਨਾ ਹੀ ਕੋਈ ਖੁਸ਼ੀ ਹੁੰਦੀ ਆ। ਲੀਵਸ ਫਲਾਵਰਸ ਐਂਡ ਫਰੂਟਸ ਐਵਰੀਥਿੰਗ ਗਰੋਜ਼। ਲੀਵਸ ਹੁੰਦੇ ਨੇ ਜਿਹੜੇ ਫਲਾਵਰ, ਫੁੱਲ ਫਲ ਸਭ ਗਰੋ ਕਰ ਰਹੇ ਹੁੰਦੇ ਨੇਗੇ। ਡੈਕੇਜ਼ ਇਨ ਪੀਸ। ਉਹ ਸ਼ਾਂਤੀ ਵਿੱਚ ਹੁੰਦੇ ਆ। ਦੈਨ ਵਾਈ ਮੈਨ ਅਲੋਨ ਸ਼ੁੱਡ ਬੀ ਇਨ ਦ ਵਿਕਟਮ ਆਫ ਹਾਰਡ ਲੇਬਰ। ਤਾਂ ਉਹ ਕਹਿੰਦੇ ਵੀ ਸਿਰਫ ਮਨੁੱਖ ਹੀ ਆ ਜਿਹੜਾ ਵੀ ਦੁੱਖ ਦਰਦ ਦਾ ਸ਼ਿਕਾਰ ਹੋਇਆ ਹੈਗਾ।
ਹਾਰਡ ਲੇਬਰ ਟੋਇਲ, ਵਾਈ ਕਾਂਟ ਹੀ ਸਪੈਂਡ ਹਿਸ ਲਾਈਫ ਪੀਸਫੁਲੀ ਐਂਡ ਕੰਫਰਟੇਬਲੀ। ਉਹ ਕਹਿੰਦੇ ਨੇ ਵੀ ਉਹ ਜਿਹੜਾ ਮਨੁੱਖ ਹੈਗਾ ਉਹ ਆਪਣੀ ਜ਼ਿੰਦਗੀ ਨੂੰ ਜਿਹੜਾ ਸ਼ਾਂਤੀਪੂਰਵਕ ਅਤੇ ਆਰਾਮਦਾਇਕ ਕਿਉਂ ਨਹੀਂ ਗੁਜ਼ਾਰ ਸਕਦਾ। ਇਨ ਦਿਸ ਵੇ ਦੇ ਆਰਗੂ ਐਂਡ ਵਿਸ਼ ਟੂ ਸਟੇ ਇਨ ਦਾ ਸੇਮ ਆਈਲੈਂਡ। ਇਸ ਤੋਂ ਬਾਅਦ ਉਹ ਆਰਗੂਮੈਂਟ ਕਰਦੇ ਨੇਗੇ ਅਤੇ ਉਹਨਾਂ ਦੀ ਇੱਛਾ ਹੁੰਦੀ ਹੈ ਵੀ ਉਹ ਇਸੇ ਆਈਲੈਂਡ 'ਤੇ ਰਹਿਣ ਐਂਡ ਰਿਕਾਲ ਦੇਅਰ ਪਾਸਟ ਐਕਸਪੀਰੀਅੰਸ, ਅਤੇ ਆਪਣੇ ਜਿਹੜੇ ਪਿਛਲੇ ਉਹਨਾਂ ਦੀਆਂ ਯਾਦਾਂ ਨੇਗੀਆਂ ਉਹਨਾਂ ਨੂੰ ਦੁਬਾਰਾ ਯਾਦ ਕਰਨ। ਦ ਗੋਡਸ ਇੰਡੀਫਰੈਂਟ ਟੂ ਮੈਨਸ ਸਫਰਿੰਗਸ, ਜਿਹੜਾ ਰੱਬ ਹੈਗਾ ਉਹ ਮਨੁੱਖ ਦੇ ਦੁੱਖਾਂ ਦਰਦਾਂ ਤੋਂ ਅਲੱਗ ਹੈਗਾ। ਇਨਫੈਕਟ ਦੇ ਟੇਕ ਪਲੇਜ਼ਰ ਇਨ ਮੈਨ ਸੋਰੋਜ਼, ਉਹ ਜਿਹੜਾ ਰੱਬ ਹੈਗਾ ਨਾ ਉਹ ਮਨੁੱਖ ਦੇ ਦੁੱਖਾਂ ਦਰਦਾਂ ਦੇ ਵਿੱਚ ਹੀ ਆਪਣੀ ਖੁਸ਼ੀ ਲੱਭਦਾ। ਇਨ ਦਿਸ ਵੇ ਦਾ ਪੋਇਮ ਡਿਸਕ੍ਰਾਈਬਸ ਦਾ ਇਨ ਐਕਸ਼ਨ ਐਂਡ ਪੈਸੀਵਿਟੀ ਆਫ ਦਾ ਸੈਲਰਸ। ਤਾਂ ਕਰਕੇ ਪੋਇਟ ਨੇ ਜਿਹੜਾ ਪੋਇਮ ਦੇ ਵਿੱਚ ਕੀ ਡਿਸਕ੍ਰਾਈਬ ਕੀਤਾ ਹੈਗਾ ਜੀ, ਇਨ ਐਕਸ਼ਨ ਅਤੇ ਪੈਸੀਵਿਟੀ, ਵੀ ਜਿਹੜੇ ਉਹ ਸੇਲਰਸ ਹੁੰਦੇ ਨੇਗੇ ਉਹਨਾਂ ਦੀ ਸੁਸਤੀ ਅਤੇ ਕੋਈ ਵੀ ਕੰਮ ਨਾ ਕਰਨ ਨੂੰ ਉਹਨਾਂ ਦੇ ਵਿੱਚ ਡਿਸਕ੍ਰਾਈਬ ਕੀਤਾ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋ ਜੀ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਚੈਨਲ ਨੂੰ ਕਰ ਲਓ ਸਬਸਕ੍ਰਾਈਬ।